ਧੰਨ ਗੁਰੂ ਰਾਮਦਾਸ ਪਰਿਵਾਰ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ। ਬੇਨਤੀ ਕਰਾਂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ। ਲਾਈਕ ਅਤੇ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਆ ਕਰੋ। ਅੱਜ ਅਸੀਂ ਗੱਲ ਕਰਾਂਗੇ ਸ਼ੇਰਪੁਰੇ ਦੀ ਬੀਬੀ ਗਾਲਬ ਪਿੰਡ ਵਿਆਹੀ ਗਈ। ਕਾਫੀ ਸਮਾਂ 8 ਸਾਲ ਉਹ ਬੀਬੀ ਕੋਲ ਬੱਚਾ ਨਾ ਹੋਇਆ। ਹੁਣ ਔਲਾਦ ਦੀ ਬੱਚੇ ਦੀ ਦਾਤ ਵਾਸਤੇ ਕਾਫੀ ਤਾਂ ਤੁਰੇ ਫਿਰੇ, ਬੜੀ ਕੋਸ਼ਿਸ਼ ਕੀਤੀ, ਕੱਚੇ ਪਿੱਲਿਆਂ ਕੋਲ ਤੁਰੇ ਫਿਰੇ, ਬਹੁਤਿਆਂ ਕੋਲ ਗਏ ਪਰ ਗੱਲ ਨਹੀਂ ਬਣੀ। ਇੱਕ ਦਿਨ ਉਹਦੇ ਘਰ ਵਾਲਾ ਕਿਤੇ ਘੋੜੀ ਖਰੀਦਣ ਗਿਆ ਕੌਂਕੇ ਕਲਾਂ। ਘੋੜੀ ਤਾਂ ਖਰੀਦ ਲਈ ਪਰ ਦਿਨ ਛਿਪ ਗਿਆ, ਰਾਤ ਦਾ ਸਮਾਂ ਹੋ ਗਿਆ। ਰਾਤ ਨੂੰ ਜਦੋਂ ਲੰਘਣ ਲੱਗਿਆ ਨਾਨਕਸਰ ਦੇ ਕੋਲ ਦੀ ਤੇ ਨਾਨਕਸਰ ਰੁਕ ਗਿਆ। ਹੁਣ ਜਿਹੜੀ ਇਹਦੇ ਘਰ ਵਾਲੀ ਹੈ ਇਹ ਸ਼ੇਰਪੁਰੇ ਦੀ ਮਹਾਂਪੁਰਸ਼ਾਂ ਦੇ ਪਿੰਡ ਦੀ ਤੇ ਉਹ ਮਾਈ ਲਈ ਤਾਂ ਘਰ ਦਾ ਜੋਗੀ ਜੋਗਨਾ, ਬਾਹਰ ਦਾ ਜੋਗੀ ਸਿੱਧ ਹੈ, ਸਾਡੇ ਪਿੰਡ ਦੇ ਹੀ ਹੈ। ਉਹਨੂੰ ਤਾਂ ਇਹ ਸੀ, ਇੰਨੀ ਮਾਨਤਾ ਨਹੀਂ ਸੀ, ਸਮਝਦੀ ਨਹੀਂ ਸੀ ਕੁਝ। ਅੱਜ ਇਹਦੇ ਘਰ ਵਾਲਾ ਕੌਂਕਿਆਂ ਤੋਂ ਆਉਂਦਾ ਘੋੜੀ ਖਰੀਦ ਕੇ ਲੇਟ ਹੋ ਗਿਆ, ਸ਼ਾਮਾਂ ਪੈ ਗਈਆਂ। ਨਾਨਕਸਰ ਦੇ ਜਦੋਂ ਅੱਗੋਂ ਲੰਘਣ ਲੱਗਿਆ ਉੱਥੇ ਰੁਕ ਗਿਆ। ਉਹਨੇ ਵੇਖਿਆ ਸਾਧ ਸੰਗਤ ਜੀ ਇਕੱਠ ਬੜਾ, ਸ਼ਾਂਤੀ ਬੜੀ ਹੈ। ਉਹਨੇ ਵੇਖਿਆ ਚੱਲ ਵੀ ਮੱਥਾ ਟੇਕ ਕੇ ਚੱਲ ਵੜਦੇ ਆ। ਘੋੜੀ ਬੰਨਤੀ, ਬਸ ਫੇਰ ਕੀ ਸਾਧ ਸੰਗਤ ਜੀ ਜਦੋਂ ਗਿਆ ਕੀਤੇ ਮਹਾਂਪੁਰਸ਼ਾਂ ਦੇ, ਮਹਾਰਾਜ ਜੀ ਦੇ, ਸਤਿਗੁਰ ਜੀ ਦੇ ਦਰਸ਼ਨ। ਆਰਤੀ ਹੋ ਰਹੀ ਸੀ ਉਸ ਵਕਤ, ਫੁੱਲਾਂ ਦੀ ਵਰਖਾ ਹੋ ਰਹੀ ਹੈ। ਮਹਾਂਪੁਰਸ਼ ਆਪ 14 ਲੋਕ ਮੁੱਠੀ 'ਚ, ਤਰਲੋਕੀ ਦੇ ਮਾਲਕ। ਬਸ ਫਿਰ ਕੀ ਭੋਗ ਦੇ ਸ਼ਬਦ ਪੜ੍ਹੇ ਗਏ। ਫਿਰ ਕੀ ਸਾਧ ਸੰਗਤ ਜੀ ਉੱਠਣ ਦਾ ਟਾਈਮ ਹੀ ਨਹੀਂ ਲੱਗਿਆ, ਉੱਠਿਆ ਹੀ ਨਹੀਂ ਗਿਆ। ਇੰਨਾ ਜੁੜ ਗਿਆ, ਨਵੇਂ ਤੋਂ ਨਵਾਂ ਰਾਗੀ, ਨਵੇਂ ਤੋਂ ਨਵਾਂ ਕਥਾਵਾਚਕ, ਕੀਰਤਨੀਆਂ, ਇੰਨਾ ਰਸ ਆਇਆ, ਉੱਠਣ ਨੂੰ ਜੀ ਨਹੀਂ ਕੀਤਾ, ਟਾਈਮ ਹੀ ਨਹੀਂ। ਸਾਧ ਸੰਗਤ ਜੀ ਨਵੇਂ ਤੋਂ ਨਵਾਂ ਪਦਾਰਥ ਮਿਲਦਾ ਗਿਆ, ਨਾਮ ਦਾ ਜੁੜ ਗਿਆ। ਕਾਫੀ ਸਮਾਂ ਬੈਠਾ ਰਿਹਾ। ਜਿਹੜਾ ਵੀ ਰਾਗੀ ਆਵੇ ਜੀ ਕਰੇ ਬਹਿ ਜਾ, ਬਹਿ ਜਾ, ਸੁਣ ਲਾ। ਉਹਦਾ ਮਨ ਕਹੇ ਜਿਹੜਾ ਵੀ ਰਾਗੀ ਆਵੇ। ਸੁਬਹ ਹੋ ਗਈ, ਦਿਨ ਚੜ ਗਿਆ। ਜਦੋਂ ਸਮਾਧੀ ਖੁੱਲੀ, ਸਾਧ ਸੰਗਤ ਜੀ ਸੰਗਤ ਕਰਨੀ ਵੀ ਉਹੀ ਚੰਗੀ ਹੈ ਜਿਹਦੇ ਵਿੱਚ ਰੱਬ ਯਾਦ ਆਵੇ, ਉਹ ਪਿਆਰਾ ਪ੍ਰਮਾਤਮਾ ਯਾਦ ਆਵੇ। ਉਹੀ ਸੰਗਤ ਕਰਨੀ ਸਫਲ ਹੈ। ਜਿੰਨਾ ਚਿਰ ਬਿਰਤੀ ਨਾ ਜੁੜੇ, ਆਨੰਦ ਨਾ ਆਵੇ ਤੇ ਫਾਇਦਾ ਹੀ ਕੋਈ ਨਹੀਂ, ਲਾਹਾ ਹੀ ਕੋਈ ਨਹੀਂ। ਤ੍ਰੇਤੇ ਦੇ ਵਿੱਚ ਸਾਧ ਸੰਗਤ ਜੀ ਰਾਮ ਦਾ ਅਵਤਾਰ ਹੋਇਆ, ਰਾਮ ਆਏ। ਉਹਨਾਂ ਦੀ ਡਿਊਟੀ ਤ੍ਰੇਤੇ ਵਿੱਚ ਸੀ। ਦੁਆਪਰ ਆਇਆ, ਦੁਆਪਰ ਦੇ ਵਿੱਚ ਕ੍ਰਿਸ਼ਨ ਆਏ। ਕ੍ਰਿਸ਼ਨ ਦੀ ਡਿਊਟੀ ਸੀ ਨਾਮ ਜਪਾਉਣ ਦੀ, ਧਰਮ ਨਾਲ ਜੋੜਨ ਦੀ। ਹੁਣ ਕਲਯੁਗ ਹੈ, ਕਲਯੁਗ ਆਇਆ ਤੇ ਕਲਯੁਗ ਦੇ ਵਿੱਚ ਡਿਊਟੀ ਹੈ ਗੁਰੂ ਨਾਨਕ ਦੇਵ ਦੀ। ਗੁਰੂ ਨਾਨਕ ਦੇਵ ਜੀ ਦੀ ਡਿਊਟੀ ਹੈ ਸਾਧ ਸੰਗਤ ਜੀ। ਪਰ ਅੱਜ ਜੋਤ ਕਿੱਥੇ ਹੈ ਗੁਰੂ ਨਾਨਕ ਦੇਵ ਜੀ ਦੀ? ਗੁਰੂ ਨਾਨਕ ਦੇਵ ਜੀ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਬਿਰਾਜਮਾਨ ਹੈ। 10 ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਵਿੱਚ ਬਿਰਾਜਮਾਨ ਹੈ ਗੁਰੂ ਨਾਨਕ ਦੇਵ ਜੀ ਦੀ ਜੋਤ। ਬਾਬਾ ਜੀ ਮਹਾਂਪੁਰਸ਼ ਕਹਿੰਦੇ ਜਿਹੜੇ ਇਨਸਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਗਏ, ਦਰਸ਼ਨ ਕਰ ਲੈਂਦਾ ਹੈ, ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਗਿਆ, ਜਿਹਨੇ ਹਜ਼ੂਰੀ ਵਿੱਚ ਬੈਠ ਕੇ ਸਮਾਂ ਬਤੀਤ ਕਰ ਲਿਆ, ਮਹਾਂਪੁਰਸ਼ ਬਾਬਾ ਜੀ ਕਹਿੰਦੇ ਉਹਨੂੰ ਇੱਥੇ ਹੀ ਸੱਚਖੰਡ ਮਿਲ ਗਿਆ, ਇੱਥੇ ਹੀ ਸਵਰਗ ਮਿਲ ਗਿਆ। ਤੇ ਮਹਾਂਪੁਰਸ਼ ਦੂਜਾ ਬਚਨ ਕਰਦੇ ਐ, ਕਹਿੰਦੇ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦਾ, ਗੁਰੂ ਘਰ ਨਹੀਂ ਜਾਂਦਾ, ਗੁਰੂ ਦੀ ਹਜ਼ੂਰੀ ਵਿੱਚ ਨਹੀਂ ਬੈਠਦਾ, ਗੁਰਬਾਣੀ ਸੁਣਦਾ ਨਹੀਂ, ਪੜ੍ਹਦਾ ਨਹੀਂ, ਕਹਿੰਦੇ ਐ ਨਾ ਸਮਝ ਲਿਓ ਨਰਕਾਂ ਨੂੰ ਜਾਊਗਾ। ਕਹਿੰਦੇ ਉਹਦਾ ਤਾਂ ਇੱਥੇ ਹੀ ਨਰਕ ਹੈ, ਇੱਥੇ ਨਰਕਾਂ 'ਚ ਜਿਉ ਰਿਹਾ ਉਹ ਤਾਂ ਜਿਹੜਾ ਸੰਗਤ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਜਿਹਨੂੰ ਸੰਗਤ ਦੀ ਪ੍ਰਾਪਤੀ ਹੀ ਨਹੀਂ ਹੋਈ। ਬਾਬਾ ਜੀ ਕੁੱਚੋ ਵਾਲੇ ਜੋ ਵੀ ਉਹਨਾਂ ਕੋਲ ਦੁਖੀਆ ਆਇਆ, ਦਰਦ ਲੈ ਕੇ ਆਇਆ, ਬਿਮਾਰੀ ਲੈ ਕੇ ਆਇਆ, ਕਦੇ ਕੋਈ ਤਵੀਤ ਨਹੀਂ ਸੀ ਦਿੰਦੇ, ਕਦੇ ਧਾਗਾ ਲਾਚੀਆਂ ਨਹੀਂ ਸੀ ਦਿੰਦੇ। ਜਿਹੜਾ ਵੀ ਕੋਈ ਆਉਂਦਾ ਸੀ ਕਹਿੰਦੇ ਸੀ ਆਖਿਆ ਕਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਸਤ ਕਰਤਾਰ ਜਪਿਆ ਕਰ, ਬੰਦਗੀ ਕਰਿਆ ਕਰ, ਨਾਮ ਜਪਿਆ ਕਰ। ਨਾਮ ਹੀ ਜਪਾਇਆ ਮਹਾਂਪੁਰਸ਼ਾਂ ਨੇ। ਰਹੋ ਵਿਚਾਰ ਸਾਧ ਸੰਗਤ ਜੀ। ਉਹ ਗੁਰਮੁਖ ਪਿਆਰਾ, ਸੁਬਹ ਹੋ ਗਈ, ਸਮਾਧੀ ਖੁੱਲੀ, ਉਹ ਕਹਿੰਦਾ ਦੇਖਿਆ ਲੇਟ ਹੋ ਗਈ। ਘੋੜੀ ਖੋਲ ਕੇ ਸਾਧ ਸੰਗਤ ਜੀ ਘਰੇ ਗਿਆ। ਘਰ ਵਾਲੀ
ਨੇ ਵੇਖਿਆ, ਕਹਿੰਦੀ ਮੈਨੂੰ ਤਾਂ ਬਹੁਤ ਫਿਕਰ ਸੀ ਤੁਹਾਡਾ, ਪਤਾ ਨਹੀਂ ਕਿੱਥੇ ਰਹਿ ਗਏ ਤੁਸੀਂ, ਬੜਾ ਫਿਕਰ ਹੋਇਆ ਮੈਨੂੰ। ਘਰ ਵਾਲੀ ਕਹਿੰਦੀ ਕਿੱਥੇ ਸੀ ਤੁਸੀਂ? ਕਹਿਣ ਲੱਗਾ ਮੈਂ ਤਾਂ ਭਾਗਵਾਨੇ ਸੱਚਖੰਡ ਚ ਚਲਿਆ ਗਿਆ ਸੀ। ਵੇਖੋ ਮਹਾਂਪੁਰਸ਼ਾਂ ਦੀ ਕਮਾਈ, ਬਾਬਾ ਜੀ ਸੱਚਖੰਡ ਨੂੰ ਥੱਲੇ ਲੈ ਆਏ ਸੀ। ਕੋਈ ਮਹਾਂਪੁਰਸ਼ ਲੰਗਰ ਲਾਉਂਦਾ ਹੈ, ਕਿਸੇ ਨੇ ਗਊਸ਼ਾਲਾ ਬਣਾਈ ਹੋਈ ਹੈ, ਕੋਈ ਕੁਝ ਕਰਦਾ ਹੈ, ਪਰ ਸਭ ਤੋਂ ਵੱਡੀ ਸੇਵਾ ਹੈ ਜੀ ਦਾਨ ਦੇ ਭਗਤੀ ਲਾਇਆ। ਕਿਸੇ ਨੂੰ ਨਾਮ ਨਾਲ ਜੋੜ ਦੇਣਾ, ਕਿਸੇ ਨੂੰ ਬੰਦਗੀ ਨਾਲ ਭਗਤੀ ਨਾਲ ਜੋੜ ਦੇਣਾ, ਇਹ ਸਭ ਤੋਂ ਵੱਡੀ ਸੇਵਾ ਹੈ। ਤੇ ਸਾਧ ਸੰਗਤ ਜੀ ਉਹ ਕਹਿਣ ਲੱਗੀ ਮੈਂ ਤਾਂ ਰਾਤ ਬਹੁਤ ਫਿਕਰ ਕੀਤਾ, ਕਿੱਥੇ ਰਹਿ ਗਏ ਸੀ ਤੁਸੀਂ? ਉਹ ਕਹਿਣ ਲੱਗਾ ਭੁੱਲ ਗਏ, ਉਹ ਆਪਾਂ ਤਾਂ ਹਨੇਰੇ 'ਚ ਤੁਰੇ ਫਿਰਦੇ ਆਂ, ਭੁੱਲੇ ਫਿਰਦੇ ਆਂ, ਭਟਕੇ ਫਿਰਦੇ ਆਂ। ਮੈਂ ਤਾਂ ਬਾਬਾ ਜੀ ਕੋਲ ਰਿਹਾ ਰਾਤ ਨੂੰ, ਮੈਂ ਅੱਖੀਂ ਵੇਖਿਆ ਭਾਗਵਾਨੇ ਬਾਬਾ ਜੀ ਕੋਲ ਲੋਕ ਰੋਂਦੇ ਆਉਂਦੇ ਐ, ਸੰਗਤ ਕਰਕੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਹੱਸਦੇ ਜਾਂਦੇ ਐ, ਹੱਸਦੇ ਖੇਡਦੇ ਜਾਂਦੇ ਐ, ਰੋਂਦੇ ਆਉਂਦੇ ਐ, ਹੱਸਦੇ ਜਾਂਦੇ ਐ। ਭਾਗਵਾਨੇ ਆਪਾਂ ਤਾਂ ਐਵੇਂ ਭੁੱਲੇ ਫਿਰਦੇ ਸੀ। ਉਹ ਮਾਈ ਕਹਿਣ ਲੱਗੀ ਤੂੰ ਮੇਰਾ ਪਤੀ ਐ, ਤੂੰ ਮੇਰਾ ਰੱਬ ਐ, ਤੂੰ ਕਹਿ ਰਿਹਾ ਤਾਂ ਮੈਂ ਮੰਨ ਲੈਨੀ ਆ। ਮੇਰੀ ਤਾਂ ਸ਼ਰਧਾ ਵੱਜ ਗਈ। ਮੈਂ ਤਾਂ ਅੱਗੇ ਐਵੇਂ ਸਮਝਦੀ ਸੀ ਸਾਡੇ ਪਿੰਡ ਦੇ ਐ, ਸ਼ਰਧਾ ਨਹੀਂ ਸੀ, ਹੁਣ ਮੇਰੀ ਸ਼ਰਧਾ ਵੱਜ ਗਈ ਐ। ਤੂੰ ਕਹਿ ਰਿਹਾ ਤਾਂ ਸੱਚ ਹੀ ਹੋਵੇਗਾ। ਪਰ ਬਾਬਾ ਜੀ ਮਾਈਆਂ ਨੂੰ ਦਰਸ਼ਨ ਨਹੀਂ ਸੀ ਦਿੰਦੇ, ਬੀਬੀਆਂ ਨੂੰ ਘੱਟ ਮਿਲਦੇ ਸੀ। ਉਹ ਕਹਿਣ ਲੱਗੀ ਮੈਂ ਤਾਂ ਚੱਲੀ ਆ, ਸਾਡੇ ਪਿੰਡ ਦੇ ਹੀ ਆ ਬਾਬਾ ਜੀ, ਤਾਂ ਘਰ ਦੀ ਗੱਲ ਹੈ, ਮੈਂ ਤਾਂ ਜਾ ਕੇ ਹੁਣੇ ਮਿਲ ਕੇ ਆਉਂ, ਦਰਸ਼ਨ ਕਰਨੇ ਆ। ਬੀਬੀ ਤਿਆਰ ਹੋ ਗਈ, ਪ੍ਰਸ਼ਾਦਾ ਪਕਾ ਲਿਆ, ਤੁਰ ਪਈ ਪ੍ਰਸ਼ਾਦਾ ਲੈ ਕੇ। ਮਾਤਾ ਪਹੁੰਚ ਗਈ ਬਾਬਾ ਜੀ ਦੀ ਡੇਰੇ, ਜਾ ਲੰਗਰ ਵਿੱਚ ਪ੍ਰਸ਼ਾਦਾ ਪਾਇਆ, ਸੇਵਾਦਾਰ ਨੂੰ ਮਿਲੀ। ਸੇਵਾਦਾਰ ਕਹਿੰਦਾ ਮਾਈ ਉਹ ਤੂਤ ਦੇ ਕੋਲ ਬਹਿ ਜਾ, ਬਾਬਾ ਜੀ ਆਉਣਗੇ, ਪਰ ਬਾਬਾ ਜੀ ਬਚਨ ਘਾਟੀ ਕਰ ਦਈਏ, ਜੇ ਬਚਨ ਕਰਨ ਤਾਂ ਚੁੱਪ ਕਰਕੇ ਝੋਲੀ ਵਿੱਚ ਪਾ ਲਿਓ। ਸੁਬਾਹ 9 ਵਜੇ ਦਾ ਸਮਾਂ ਸੀ। ਬਾਬਾ ਜੀ ਬਾਹਰ ਆਉਣ ਲੱਗੇ, ਮੂਹਰੇ ਪੜਦਾ ਸੀ। ਰਤਨ ਸਿੰਘ ਕਲੇਰਾਂ ਵਾਲੇ ਸੇਵਾਦਾਰ ਖੜੇ ਸੀ। ਮਹਾਂਪੁਰਸ਼ ਬਾਬਾ ਜੀ ਪੁੱਛਣ ਲੱਗੇ ਕੋਈ ਬਾਹਰ ਹੈ ਤਾਂ ਨਹੀਂ? ਸੇਵਾਦਾਰ ਕਹਿਣ ਲੱਗਾ ਜੀ ਇੱਕ ਬੀਬੀ ਬੈਠੀ ਆਈ, ਮਾਈ ਆਈ ਬੈਠੀ ਹੈ, ਦੂਰ ਹੀ ਬੈਠੀ ਹੈ, 50 ਫੁੱਟ ਤੇ ਬੈਠੀ ਹੈ। ਬਾਬਾ ਜੀ ਕਹਿਣ ਲੱਗੇ ਉਹਨੂੰ ਕਹਿ ਦਿਓ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇ ਤੇ ਘਰ ਵਾਪਸ ਚਲੀ ਜਾਵੇ, ਉਹਨੂੰ ਕਹਿ ਦਿਓ ਉਹਦੀ ਹਾਜ਼ਰੀ ਲੱਗ ਗਈ। ਤੇ ਬਾਬਾ ਜੀ ਇੰਨਾ ਕਹਿ ਕੇ ਵਾਪਸ ਹੀ ਅੰਦਰ ਚਲੇ ਗਏ। ਥੋੜੇ ਜਿਹੇ ਚਿਰ ਨੂੰ ਰਤਨ ਸਿੰਘ ਸੇਵਾਦਾਰ ਜਾ ਕੇ ਕਹਿੰਦੇ ਮਾਈ ਤੇਰੀ ਹਾਜ਼ਰੀ ਲੱਗ ਗਈ। ਬਾਬਾ ਜੀ ਕਹਿੰਦੇ ਤੂੰ ਚਲੀ ਜਾ ਹੁਣ, ਬਾਬਾ ਜੀ ਅੰਤਰਜਾਮੀ ਨੇ ਤੇਰੀ ਹਾਜ਼ਰੀ ਲੱਗ ਗਈ ਤੇ ਤੂੰ ਜਾ ਸਕਦੀ ਹੈ। ਉਹ ਮਾਈ ਨੇ ਨਾ ਹਾਂ ਕਹੀ ਤੇ ਨਾ ਕਹੀ, ਉਸੇ ਤਰ੍ਹਾਂ ਬੈਠੀ ਰਹੀ। ਥੋੜਾ ਜਿਹਾ ਸਮਾਂ ਬੀਤਿਆ, ਬਾਬਾ ਜੀ ਭੋਰੇ ਵਿੱਚੋਂ ਫੇਰ ਬਾਹਰ ਨੂੰ ਆ ਰਿਹਾ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਦੇ। ਬਾਬਾ ਜੀ ਆ ਕੇ ਪੁੱਛਦੇ ਰਤਨ ਸਿਆਂ ਬੀਬੀ ਗਈ? ਕਹਿੰਦਾ ਜੀ ਨਹੀਂ ਗਈ, ਮੈਂ ਤਾਂ ਬੇਨਤੀ ਕੀਤੀ ਸੀ। ਬਾਬਾ ਜੀ ਕਹਿੰਦੇ ਰਤਨ ਸਿਆਂ ਤੁਸੀਂ ਤਾਂ ਪ੍ਰਸ਼ਾਦੇ ਭਾਨੋ, ਡਿਊਟੀ ਆਪਦੀ ਸਹੀ ਨਹੀਂ ਨਿਭਾਉਂਦੇ। ਅੱਛਾ ਫਿਰ ਹੁਣ ਮੈਂ ਚੱਲਿਆ ਅੰਦਰ, ਉਹਨਾਂ ਚਿਰ ਭੋਰੇ 'ਚ ਹੀ ਰਵਾਂਗਾ ਜਿੰਨਾ ਚਿਰ ਬੀਬੀ ਨਹੀਂ ਜਾਵੇਗੀ, ਜਿੰਨਾ ਚਿਰ ਬੀਬੀ ਜਾਂਦੀ ਨਹੀਂ ਮੈਂ ਬਾਹਰ ਨਹੀਂ ਆਉਣਾ। ਸੇਵਾਦਾਰ ਨੇ ਜਾ ਕੇ ਬੀਬੀ ਨੂੰ ਬੇਨਤੀ ਕੀਤੀ ਮਾਈ ਹੁਣ ਤੂੰ ਚਲੀ ਜਾ, ਮੇਰੀ ਬੇਨਤੀ ਹੈ, ਸਾਨੂੰ ਸਖਤ ਹੁਕਮ ਹੈ, ਸਾਡੀ ਸਖਤ ਡਿਊਟੀ ਹੈ, ਹੁਣ ਤੂੰ ਚਲੀ ਜਾ। ਹੱਥ ਬੰਨ ਕੇ ਬੇਨਤੀ ਕਰਦੇ ਆ, ਹੁਣ ਹੱਥ ਬੰਨਦੇ ਆ, ਫਿਰ ਸਾਨੂੰ ਹੱਥ ਚੁੱਕਣਾ ਪੈਂਦਾ ਹੈ, ਤੁਸੀਂ ਚਲੇ ਜਾਓ। ਅੱਗੋਂ ਮਾਈ ਵੀ ਬੜੀ ਬਿਜਲੀ, ਅਸਮਾਨੀ ਬਿਜਲੀ ਵਾਂਗੂ ਗੜਕੀ, ਕਹਿਣ ਲੱਗੀ ਮੈਂ ਨਹੀਂ ਜਾਂਦੀ, ਇੱਥੇ ਬੈਠੀ ਆ, ਜੋ ਕਰਨਾ ਕਰ ਲੈ। ਤੇ ਸਾਧ ਸੰਗਤ ਜੀ ਉਹ ਕਹਿਣ ਲੱਗੀ ਤੁਸੀਂ ਬਾਹਰੋਂ ਆਏ ਹੋ, ਸਾਡੇ ਤਾਂ ਪਿੰਡ ਦੇ ਬਾਬਾ ਜੀ ਹੈ, ਸਾਡੇ ਪਿੰਡ ਦੇ ਬਾਬਾ ਜੀ, ਘਰ ਦੀ ਗੱਲ ਹੈ, ਤੁਸੀਂ ਬਾਹਰੋਂ ਆ ਕੇ ਕਬਜ਼ਾ ਕਰ ਲਿਆ ਬਾਬਾ ਜੀ ਤੇ, ਤੁਸੀਂ ਬਾਹਰੋਂ ਆਇਆਂ ਨੇ ਕਬਜ਼ਾ ਕਰ ਰੱਖਿਆ ਬਾਬਾ ਜੀ ਤੇ। ਤੇ ਸਾਧ ਸੰਗਤ ਜੀ ਰਤਨ ਸਿਉਂ ਦਾ ਸਰੀਰ ਫਿਰ ਠੰਡਾ ਪੈ ਗਿਆ, ਝੋਲਾ ਚੁੱਕ ਲਿਆ, ਗਲ 'ਚ ਪਾ ਕੇ ਤੇ ਫਿਰ ਭੋਰੇ ਦੇ ਬਾਹਰ 'ਚ ਖੜ ਗਿਆ। ਐਨੇ ਨੂੰ ਬਾਬਾ ਜੀ ਫਿਰ ਬਾਹਰ ਆ ਗਏ, ਥੋੜੇ ਸਮੇਂ ਤੱਕ ਭੋਰੇ ਗਲ 'ਚ ਪਾ ਕੇ ਝੋਲਾ ਤਿਆਰ ਹੋ ਕੇ ਖੜੇ ਐ ਰਤਨ ਸਿੰਘ। ਐਨੇ ਨੂੰ ਬਾਬਾ ਜੀ ਆਏ, ਕਹਿੰਦੇ ਰਤਨ ਸਿੰਘ ਬੀਬੀ ਗਈ? ਕਹਿੰਦਾ ਜੀ ਉਹ ਬੀਬੀ ਨਹੀਂ ਹੈ। ਕਹਿੰਦੇ ਕੀ ਗੱਲ? ਕਹਿੰਦੇ ਬੀਬੀ ਤਾਂ ਉੱਥੇ ਬੈਠੀ ਆ, ਹੁਣ ਮੈਂ ਜਾਊਂ, ਮੈਨੂੰ ਜਾਣਾ ਪੈਣਾ। ਕਹਿਣ ਲੱਗਿਆ ਬਾਬਾ ਜੀ ਬੀਬੀ ਰਹੂ, ਬੀਬੀ ਬੈਠੂ, ਮੈਂ ਜਾਊਂ। ਕਹਿੰਦੇ ਕਿਉਂ ਬਾਈ ਕੀ ਗੱਲ ਹੋ ਗਈ? ਕਹਿਣ ਲੱਗਾ ਜੀ ਤੁਹਾਡੇ ਕੋਲ ਰਹਿਣਾ ਕੋਈ ਖਾਲਾ ਜੀ ਦਾ ਵਾੜਾ? ਉਹ ਖਾਲਾ ਜੀ ਦਾ ਵਾੜਾ? ਬਾਬਾ ਜੀ ਅਸੀਂ ਤਾਂ ਖੁੱਦੋ ਵਰਗੇ, ਰਬੜ ਦੀ ਖੁੱਦੋ ਵਰਗੇ ਅਸੀਂ, ਕਦੇ ਮਾਈ ਹਾਕੀ ਦਾ ਟੋਲਾ ਮਾਰਦੀ ਏ ਤੇਰੇ ਕੋਲ, ਕਦੇ ਤੂੰ ਮਾਰਦਾ। ਬਾਬਾ ਜੀ ਬੜੇ ਹੱਸੇ।
बड़े खुश हुए। बाबा जी कहन लगे, रतन सिंह, कोई ਉਂਗਲ ਦਾ ਇੱਕ ਠੋਲਾ ਮਾਰ ਕੇ ਭਾਂਡੇ ਨੂੰ ਚੈੱਕ ਕਰਦਾ, ਕੋਈ 2, ਕੋਈ 3, ਕੋਈ ਕੁਛ ਕਰਦਾ ਹੈ। ਅਸੀਂ ਭਾਂਡੇ ਨੂੰ ਗਲ ਤੋਂ ਫੜ ਕੇ ਟਣਕਾ ਕੇ ਵੇਹਨੇ ਆ, ਜੇ ਪੂਰਾ ਹੋਏ, ਜਿਹੜੇ ਪੂਰੇ ਹੋਣਗੇ ਸਾਡੇ ਨਾਲ ਸੱਚਖੰਡ ਤੱਕ ਜਾਣਗੇ। ਅਸੀਂ ਪਰਖ ਚੰਗੀ ਤਰ੍ਹਾਂ ਕਰਦੇ ਹਾਂ। ਸਾਧ ਸੰਗਤ ਜੀ, ਬਾਬਾ ਜੀ ਕਹਿਣ ਲੱਗੇ, ਰਤਨ ਸਿੰਘ ਘਬਰਾ ਨਾ। ਇੰਨਾ ਕਹਿ ਕੇ ਮਹਾਂਪੁਰਸ਼ ਵਾਪਸ ਚਲੇ ਗਏ ਭੋਰੇ ਵਿੱਚ। ਮਹਾਂਪੁਰਸ਼ਾਂ ਦੇ ਹੱਥ ਸਾਰਾ ਕੁਝ ਹੈ, ਜੰਮਣ ਮਰਨ ਆਉਣ ਜਾਣ, ਰੋਜ਼ੀ ਰੋਟੀ। ਸਾਧ ਸੰਗਤ ਜੀ, ਕਮਾਈ ਕਮਾਈ ਹੁੰਦੀ ਹੈ, ਬੰਦਗੀ ਬੰਦਗੀ ਹੈ। ਮਰਿਆਦਾ 'ਚ ਰਹਿਣਾ ਇਹ ਬਹੁਤ ਸੌਖਾ ਨਹੀਂ। ਮਰਿਆਦਾ ਦੇ ਪਰਪੱਕ, ਮਰਿਆਦਾ 'ਚ ਰਹਿਣ ਵਾਲੇ, ਬੰਦਗੀ ਇਹ ਬਹੁਤ ਔਖੀ ਹੈ। ਕਮਾਈ ਕਮਾਈ ਹੁੰਦੀ ਹੈ, ਮਰਿਆਦਾ ਮਰਿਆਦਾ ਹੁੰਦੀ ਹੈ। ਤੇ ਸਾਧ ਸੰਗਤ ਜੀ, ਐਨੇ ਨੂੰ ਹਨੇਰੀ ਆ ਗਈ, ਬਹੁਤ ਜ਼ਿਆਦਾ, ਬੜੀ ਹਨੇਰੀ, ਮੀਂਹ ਆ ਗਿਆ। ਪਰ ਬੀਬੀ ਬੈਠੀ ਹੈ। ਬੈਠਣਾ ਪੈਂਦਾ ਭਾਈ, ਜਿਨ੍ਹਾਂ ਨੇ ਦਾਤਾਂ ਲੈਣੀਆਂ, ਜਿਨ੍ਹਾਂ ਨੇ ਦਾਤਾਂ ਦੀ ਲੋੜ ਹੈ, ਕੁਝ ਲੈਣ ਵਾਸਤੇ ਬੈਠਣਾ ਪੈਂਦਾ। ਬੜੀ ਹਨੇਰੀ ਆਈ, ਬੜਾ ਮੀਂਹ ਆਇਆ, ਪਰ ਮਾਈ ਬੈਠੀ ਰਹੀ। ਸੁਬਾਹ ਦੇ 9 ਵਜੇ ਦੀ ਬੀਬੀ ਬੈਠੀ ਹੈ ਤੇ ਸ਼ਾਮ ਦੇ 3:30 ਵੱਜ ਗਏ। ਤੇ ਬਾਬਾ ਜੀ ਫੇਰ ਵਾਪਸ ਆਏ ਭੋਰੇ ਵਿੱਚੋਂ। ਰਤਨ ਸਿੰਘ ਨੂੰ ਪੁੱਛਦੇ ਆ, ਬੀਬੀ ਗਈ? ਅੱਗੋਂ ਰਤਨ ਸਿੰਘ ਕਹਿੰਦਾ, ਬਾਬਾ ਜੀ ਉਹ ਬੀਬੀ ਬੂਬੀ ਨਹੀਂ ਹੈ, ਉਹ ਤਾਂ ਬੁੱਲੇ ਸ਼ਾਹ ਹੈ। ਬੀਬੀ ਨਹੀਂ ਹੈ, ਉਹ ਬੁੱਲੇ ਸ਼ਾਹ ਹੈ। ਬਾਬਾ ਜੀ ਕਹਿੰਦੇ, ਕਿਵੇਂ ਬੁੱਲੇ ਸ਼ਾਹ ਕਿਵੇਂ ਹੈ? ਕਿ ਉਹ ਕਿਵੇਂ? ਉਹ ਕਹਿਣ ਲੱਗਾ, ਬਾਬਾ ਜੀ ਬੁੱਲੇ ਸ਼ਾਹ ਕਹਿੰਦਾ ਹੁੰਦਾ ਸੀ, ਦਰ ਤੇਰੇ ਤੇ ਬੈਠ ਰਹੂੰਗਾ, ਹੇਠ ਵਿਛਾ ਕੇ ਭੂਰਾ। ਬੁੱਲੇ ਸ਼ਾਹ ਕਹਿੰਦਾ ਹੁੰਦਾ ਸੀ, ਬਾਬਾ ਜੀ ਦਰ ਤੇਰੇ ਤੇ ਬੈਠ ਰਹੂੰਗਾ, ਹੇਠ ਵਿਛਾ ਕੇ ਭੂਰਾ। ਤੇ ਫਿਰ ਮਾਲਕ ਨੇ ਆਕਾਸ਼ਬਾਣੀ ਕੀਤੀ ਸੀ, ਬੁੱਲਿਆ ਬੈਠਾ ਕੀ ਕਰੇਗਾ, ਭੁੱਖਾ ਮਰ ਜਾਏਗਾ। ਤੇ ਅੱਗੋਂ ਬੁੱਲਾ ਕਹਿੰਦਾ, ਕਰ ਲੂੰ ਗੁਜ਼ਾਰਾ, ਖਾ ਕੇ ਅੱਕ ਧਤੂਰਾ। ਮੈਂ ਵੀ ਪੱਕਾ ਅੜੀ ਦਾ ਬਾਬਾ, ਮੈਂ ਵੀ ਪੱਕਾ ਅੜੀ ਦਾ ਬਾਬਾ, ਜੇ ਤੂੰ ਵੀ ਜਿੱਦ ਦਾ ਪੂਰਾ। ਬਾਬਾ ਜੇ ਤੂੰ ਵੀ ਅੜੀ ਦਾ ਪੱਕਾ ਹੈ, ਉਹ ਬੀਬੀ ਨੇ ਵੀ ਨਹੀਂ ਜਾਣਾ, ਉਹ ਬੀਬੀ ਨੇ ਵੀ ਬਾਹਰੋਂ ਨਹੀਂ ਉੱਠਣਾ, ਜੇ ਤੂੰ ਨਹੀਂ ਅੰਦਰੋਂ ਆਉਣਾ। ਬਾਬਾ ਜੀ ਕਹਿਣ ਲੱਗੇ, ਮੀਂਹ ਵੀ ਆਇਆ ਸੀ, ਹਨੇਰੀ ਆਈ ਹੈ, ਕਹਿੰਦੇ ਦਰਖਤ ਵੀ ਡਿੱਗ ਗਏ। ਕਹਿੰਦੇ, ਹਾਂ ਬਾਬਾ ਜੀ ਹਨੇਰੀ ਵੀ ਬੜੀ ਆਈ ਤੇ ਮੀਂਹ ਵੀ ਆਇਆ ਸੀ, ਪਰ ਬੀਬੀ ਤਾਂ ਬੈਠੀ ਹੈ। ਬਾਬਾ ਜੀ ਦੇ ਨੇਤਰ ਭਰੇ, ਨੈਣ ਭਰਿਆ। ਬਾਬਾ ਜੀ ਦੇ ਅੰਦਰ ਫਿਰ ਦਇਆ ਆ ਗਈ, ਤਰਸ ਆ ਗਿਆ। ਜੀ ਦਇਆ ਪ੍ਰਵਾਨ, ਰੱਬ ਦਾ ਪਿਆਰਾ ਉਹੀ ਹੈ ਜਿਹਦੇ ਅੰਦਰ ਦਇਆ ਹੈ। ਕਿਰਪਾਲੂ ਦਿਆਲੂ ਬਾਬਾ ਜੀ ਨੇ ਚੱਕਤਾ ਪੜਦਾ, ਆ ਗਏ ਬਾਹਰ, ਮਾਈ ਕੋਲ ਚਲੇ ਗਏ। ਮਾਈ ਟਾਈਮ ਬਹੁਤ ਹੋ ਗਿਆ, ਘਰ ਚਲੀ ਜਾ, ਜਾ ਆਪਦੇ ਜਵਾਕਾਂ ਨੂੰ ਸਾਂਭ ਜਾ ਕੇ। ਬਾਬਾ ਜੀ ਕਹਿੰਦੇ, ਬੜੀ ਰਾਤ ਹੋ ਗਈ ਹੈ, ਜਾ ਆਪਦੇ ਜਵਾਕਾਂ ਨੂੰ ਸਾਂਭ ਲੈ ਜਾ ਕੇ, ਬੱਚਿਆਂ ਨੂੰ ਸਾਂਭ। ਅੱਗੋਂ ਮਾਈ ਕਹਿੰਦੀ, ਫਕੀਰਾ ਮੈਂ ਕੋਈ ਇੱਥੇ ਕੋਈ ਰਿਸ਼ਤੇਦਾਰ ਨੂੰ ਮਿਲਣੀ ਸੀ ਨਹੀਂ ਆਈ, ਮੈਂ ਕਿ ਉੱਥੇ ਕੋਈ ਰਿਸ਼ਤੇਦਾਰ ਨੂੰ ਮਿਲਣ ਨਹੀਂ ਸੀ ਆਈ, ਮੈਂ ਕਿ ਉੱਥੇ ਲੰਗਰ ਪ੍ਰਸ਼ਾਦਾ ਛਕਣ ਨਹੀਂ ਸੀ ਆਈ, ਮੈਂ ਕੋਈ ਇੱਥੇ ਗੱਲਾਂ ਨਹੀਂ ਸੀ ਕਰਨ ਆਈ। ਫਕੀਰਾ ਮੈਂ ਤਾਂ ਤੇਰੀ ਰਸਨਾ ਦਾ ਬਚਨ ਆਪਣੀ ਝੋਲੀ ਪਾਉਣ ਆਈ ਆ। ਹੁਣ ਬੱਚਾ ਤਾਂ ਹੈ ਹੀ ਨਹੀਂ, ਕੋਈ ਔਲਾਦ ਤਾਂ ਹੈ ਨਹੀਂ। ਬਾਬਾ ਜੀ ਕਹਿ ਰਹੇ, ਬੱਚਿਆਂ ਨੂੰ ਸਾਂਭ ਲਾ ਜਾ ਕੇ, ਔਲਾਦ ਤਾਂ ਹੈ ਹੀ ਨਹੀਂ, ਬੱਚਾ ਤਾਂ ਕੋਈ ਹੈ ਹੀ ਨਹੀਂ। ਸਾਧ ਸੰਗਤ ਜੀ, ਇਸ ਤਰ੍ਹਾਂ ਫਿਰ ਮਹਾਂਪੁਰਸ਼ਾਂ ਨੇ ਉਸ ਮਾਈ ਨਾਲ ਬਚਨ ਬਿਲਾਸ ਕੀਤੇ। ਮਾਈ ਆਖਰਕਾਰ ਜਿੱਤ ਗਈ, ਦਰਸ਼ਨ ਹੋ ਗਏ ਮਾਈ ਨੂੰ, ਬਾਬਾ ਜੀ ਨੂੰ ਆਖਰਕਾਰ ਮਿਲਣਾ ਹੀ ਪਿਆ। ਇਹ ਹੈ ਪਿਆਰ ਦੀ ਗੱਲ, ਪ੍ਰੇਮ ਦੀ ਗੱਲ। ਜਿਹੜੇ ਪ੍ਰੇਮ ਕਰਦੇ ਨੇ ਉਹ ਫਿਰ ਪਰਵਾਹ ਨਹੀਂ ਕਰਦੇ, ਮੀਂਹ ਆਵੇ, ਹਨੇਰੀ ਆਵੇ, ਝੱਖੜ ਝੁੱਲੇ, ਜੋ ਮਰਜ਼ੀ ਹੋ ਜੇ, ਉਹ ਸਮੇਂ ਦੀ ਵੀ ਪਰਵਾਹ ਨਹੀਂ ਕਰਦੇ। ਮਾਈ ਦਾ ਪਿਆਰ, ਮਾਈ ਦੀ ਅਡੋਲਤਾ। ਮਹਾਂਪੁਰਸ਼ ਕਹਿੰਦੇ, ਧੰਨ ਹੈ ਮਾਈ ਤੂੰ। ਅਸੀਂ ਵੇਖਦੇ ਹੁੰਨੇ ਆ, ਪਰਖਦੇ ਹੁੰਨੇ ਆ, ਕੱਚੇ ਝੜ ਜਾਂਦੇ ਨੇ, ਪੱਕੇ ਰਹਿ ਜਾਂਦੇ ਆ। ਮਾਈ ਦਾ ਪ੍ਰੇਮ ਪੱਕਾ ਸੀ। ਆਖਰਕਾਰ ਮਾਈ ਨਾਲ ਫਿਰ ਬਚਨ ਬਿਲਾਸ ਹੋਏ, ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ। ਇਹ ਸੱਚ ਹੈ ਭਾਈ, ਜੇ ਤੁਸੀਂ ਵੀ ਮਹਾਂਪੁਰਸ਼ਾਂ ਨਾਲ, ਰੱਬ ਨਾਲ ਪ੍ਰੇਮ ਕਰੋਗੇ, ਅਡੋਲਤਾ ਰੱਖੋਗੇ, ਤਾਂ ਰੱਬ ਦਰਸ਼ਨ ਵੀ ਦੇਵੇਗਾ, ਮਿਲਾਪ ਵੀ ਹੋਵੇਗਾ। ਕਮੀਆਂ ਸਾਡੇ 'ਚ ਨੇ, ਅਸੀਂ ਡੋਲ ਜਾਂਦੇ ਹਾਂ, ਅਸੀਂ ਭੱਜ ਜਾਂਦੇ ਹਾਂ, ਸਾਡੇ 'ਚ ਠਹਿਰਾਵ ਨਹੀਂ, ਸਾਡੇ ਵਿੱਚ ਟਿਕਾਊ ਨਹੀਂ, ਸਾਡੇ ਵਿੱਚ ਟਿਕਾਊ ਨਹੀਂ। ਸਾਧ ਸੰਗਤ ਜੀ, ਐਸੇ ਮਹਾਂਪੁਰਸ਼ ਕਰਨੀ ਦੇ ਮਾਲਕ ਵਿਰਲੇ ਵਿਰਲਿਆਂ ਨੂੰ ਮਿਲਦੇ ਸੀ। ਧੰਨ ਨੇ ਜਿਨ੍ਹਾਂ ਨੇ ਉਸ ਸਮੇਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ।
ਸਾਧ ਸੰਗਤ ਜੀ, ਮਹਾਂਪੁਰਸ਼ਾਂ ਦਾ ਇਤਿਹਾਸ ਪੜ੍ਹ ਲੈਣਾ, ਸੁਣ ਲੈਣਾ, ਇਹ ਵੀ ਬਹੁਤ ਵੱਡਾ ਆਨੰਦ ਹੈ, ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਜਿਹੜੇ ਸੇਵਾ ਕਰ ਗਏ, ਲਾਹਾ ਲੈ ਗਏ। ਸੋ ਸਾਧ ਸੰਗਤ ਜੀ, ਇਹ ਹੈ ਮਹਾਂਪੁਰਸ਼ਾਂ ਦੀਆਂ ਜੀਵਨ ਸਾਖੀਆਂ, ਜੀਵਨ ਦੇ ਵਿੱਚ ਕੀਤੇ ਹੋਏ ਕੌਤਕ। ਸਾਧ ਸੰਗਤ ਜੀ, ਸਤਿਗੁਰੂ ਮਿਹਰ ਕਰਨ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਧੰਨ ਗੁਰੂ ਰਾਮਦਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਮੈਂਟ ਵਿੱਚ ਜਾ ਕੇ ਵਾਹਿਗੁਰੂ ਲਿਖਣਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।